बिसर नाहि दातार अपना नाम देहो। गुण गावा दिन रात नानक चाओ एहो। गुण गावा दिन रात नानक चाओ एहो। वाहिगुरु जी का खालसा वाहिगुरु जी की फतेह। किरपा निधान शब्द गुरु दसां ही पातशाहियां दी आत्मिक जोत गुरता गद्दी ते सुभाई मान। कल युग दे रखियक दो जहान दे वाली धन धन साहिब श्री गुरु ग्रंथ साहिब पातशाह जी दी पावन पवित्र हजूरी दे अंदर जुड़ मिल बैठी गुरु स्वरूप गुरु प्यारी खालसा साध संगत जीओ। बहुत वड्डे भाग हन जो आपां नूं सतगुरां दी निੱਘੀ गोद दे अंदर बैठ करके सतगुरां दे दर्शन दीदारे सतगुरां दी पावन गुरबाणी दा जस अते सतगुरु पातशाह जी दे पास बैठ करके साध संगत करन दा वडभागा समा प्राप्त होया है। समूह स्टाफ के मैंबरां ने एकत्र हो करके हर साल की तरह उस अकाल पुरख वाहिगुरु परमात्मा का कोटन कोट धन्नवाद शुकराना करन दे लई अते अपनी दसां नौहां दी किरत कमाई नूं सफलियां करन दे वास्ते परसों रोज तो लैकर के तुर की बाणी आई तिन सगली चिंत मिटाई। श्री अखंड पाठ साहिब प्रारंभ करवाए सन। गुरु साहिब जी की कृपा के नाल संपूर्णताई भोग पाए गए हैं। उपरंत गुरु साहिब जी की पावन हजूरी के अंदर आपा सुंदर दीवान सजाए ने। आओ थोड़े समय के लिए सब ते उत्तम हर की कथा नाम सुनत दर्द दुख लथा। सतगुरां दी पावन गुरबाणी की विचार के नाल जुड़न का यतन करिए। आप सरबत संगतां दे सरबत सज्जनां दे बहुत वड्डे भाग हन जिन्हां ने अपनी कमाई नूं सफलियां करदियां होया सतगुरु पातशाह जी दे चरनां दा ओट आसरा लिया। क्योंकि गुरबाणी के मुताबिक सतगुरु पातशाह जी सानू वार वार इस गल के उपर जोर दे करके समझाते ने कि आपां उस अकाल पुरख वाहिगुरु परमात्मा नू सदा ही चेते दे विच रखीए ते सारियां तो वड्डे भाग साडे उदों बनगे जदों असीं परमेश्वर दे वल्लों दित्तियां होईयां दातां दा अते नाल दी नाल अपनी कीती हुई नेक कमाई दे विचों दसवंध कढना शुरू कर देवांगे। आपां सुखमणी साहिब दी पावन गुरबाणी पढ़दे हां
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਿਰਪਾ ਕਰਕੇ ਉੱਥੇ ਸਾਨੂੰ ਸਮਝਾਉਂਦੇ ਨੇ ਕਿ ਕਦੇ ਆਪਣੇ ਮਨ ਦੇ ਨਾਲ ਇਸ ਗੱਲ ਦੀ ਵਿਚਾਰ ਕਰਿਆ ਕਰ ਕਿ ਤੇਰੇ ਉੱਪਰ ਉਸ ਪਰਮੇਸ਼ਰ ਵਾਹਿਗੁਰੂ ਪ੍ਰਮਾਤਮਾ ਨੇ ਕਿੰਨੀ ਕਿਰਪਾ ਕੀਤੀ ਹੈ। ਸਾਰਿਆਂ ਤੋਂ ਵੱਡੀ ਕਿਰਪਾ ਤੇ ਇਹ ਹੈ ਕਿ ਸਾਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ, ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਮਨੁੱਖਾ ਦੇਹੀ ਜਿਹੜੀ ਸਾਰੀਆਂ ਹੀ ਜੂਨਾਂ ਦੀ ਸਰਦਾਰੀ ਹੈ, ਬਾਕੀ ਸਾਰੀਆਂ ਜੂਨਾਂ ਜਿਹੜੀਆਂ ਹਨ ਉਹ ਇਸ ਤੋਂ ਥੱਲੇ ਨੇ। ਨਾਲ ਦੀ ਨਾਲ ਆਪਾਂ ਇਹ ਵੀ ਗੱਲ ਚੇਤੇ ਵਿੱਚ ਰੱਖੀਏ ਕਿ ਅਸੀਂ 84 ਲੱਖ ਜੂਨ ਦੇ ਵਿੱਚੋਂ ਭੜਕਦੇ ਹੋਏ ਆਏ ਹਾਂ। ਇਹ ਜਨਮ ਸਾਨੂੰ ਸੌਖਾ ਨਹੀਂ ਮਿਲਿਆ। ਜਿੱਥੇ ਸਤਿਗੁਰਾਂ ਦੇ ਆਪਾਂ ਬਚਨ ਪੜ੍ਹਦੇ ਹਾਂ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਜ਼ਮੀਨ ਕੁਰੰਗਾ। ਕਈ ਅਸੀਂ ਜਨਮ ਧਾਰਨ ਕੀਤੇ ਨੇ, ਪਰ ਬੜੀ ਕਿਰਪਾ ਹੋਈ ਕਿ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਦੇਹੋ ਦਰਸ ਹਰ ਰਾਇਆ, ਤੇਰੀ ਕਿਰਪਾ ਹੋਈ ਤੇ ਸਤਿਗੁਰੂ ਸਾਨੂੰ ਇਹ ਮਨੁੱਖਾ ਦੇ ਹੀ ਪ੍ਰਾਪਤ ਹੋ ਗਈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਭਾਈ ਇਸ ਜਨਮ ਮਿਲੇ ਦਾ ਤਾਂ ਹੀ ਫਾਇਦਾ ਹੈ ਕਿ ਜੇ ਆਪਾਂ ਇਹ ਵੀ ਗੱਲ ਚੇਤੇ ਵਿੱਚ ਰੱਖੀਏ ਕਿ ਇਹ ਮਨੁੱਖਾ ਦੇਹੀ ਸਾਨੂੰ ਮਿਲੀ ਕਾਹਦੇ ਵਾਸਤੇ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਸਾਰਿਆਂ ਤੋਂ ਵੱਡਾ ਪਹਿਲਾ ਕਾਰਜ ਇਹ ਸੀ ਜਿਹੜੇ ਵਚਨ ਆਪਾਂ ਹਰ ਰੋਜ਼ ਸੋਦਾਰ ਰਹਿਰਾ ਸਾਹਿਬ ਜੀ ਦੀ ਪਾਵਨ ਗੁਰਬਾਣੀ ਅੰਦਰ ਸਰਵਣ ਕਰਦੇ ਪੜ੍ਹਦੇ ਹਾਂ ਤਾਂ ਉੱਤੇ ਹਜ਼ੂਰ ਕਿਰਪਾ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਰੀਆ ਦੇ ਅਰਥ ਆਪਾਂ ਕਰਾਂਗੇ ਜਿਹਨੂੰ ਆਪਾਂ ਆਮ ਤੌਰ ਤੇ ਕਹਿ ਦਿੰਨੇ ਇੱਕ ਕਿਸੇ ਨੂੰ ਮੌਕਾ ਮਿਲ ਜਾਣਾ। ਕੋਈ ਬੰਦਾ ਗਲਤੀ ਕਰੇ ਨਾ ਬਹੁਤ ਵੱਡੀ ਤੇ ਸਿਆਣੇ ਸੱਜਣ ਇਕੱਠੇ ਹੋ ਕਰਕੇ ਕਹਿੰਦੇ ਨੇ ਚਲੋ ਇਸ ਤਰ੍ਹਾਂ ਕਰੋ ਕਿ ਇਹਨੂੰ ਇੱਕ ਮੌਕਾ ਦੇ ਦਿਓ, ਇੱਕ ਵਾਰੀ ਦੇ ਦਿਓ ਇਹਨੂੰ। ਇੱਕ ਮੌਕਾ ਸਾਰਿਆਂ ਨੂੰ ਦਿੱਤਾ ਜਾਂਦਾ ਹੈ। ਕਹਿਣ ਤੋਂ ਭਾਵ ਕਿ ਇੱਕ ਮੌਕਾ ਦੇ ਦਿੱਤਾ, ਜੇ ਤਾਂ ਬੰਦਾ ਸੁਧਰ ਗਿਆ ਠੀਕ ਹੈ, ਜੇ ਨਹੀਂ ਸੁਧਰਿਆ ਤੇ ਫਿਰ ਉਹਨੂੰ ਆਪਣਾ ਕੀਤੇ ਦੇ ਉੱਪਰ ਪਛਤਾਉਣਾ ਪੈਂਦਾ। ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਸਤਿਗੁਰੂ ਕਹਿੰਦੇ ਇੱਕ ਵਾਰੀ ਸੀ ਤੇਰੇ ਕੋਲ, ਇੱਕ ਪਲੇਟਫਾਰਮ ਤੈਨੂੰ ਮਿਲਿਆ ਸੀ। ਜੇ ਤਾਂ ਇਸ ਜਨਮ ਦੇ ਵਿੱਚ ਰਹਿ ਕਰਕੇ ਵਾਕਿਆ ਹੀ ਤੂੰ ਮਨੁੱਖਾਂ ਵਾਲੇ ਕੰਮ ਕੀਤੇ ਤੇ ਯਾਦ ਰੱਖੀ ਫਿਰ ਤੂੰ 84 ਲੱਖ ਜੂਨ ਤੋਂ ਤੈਨੂੰ ਛੁਟਕਾਰਾ ਮਿਲ ਜਾਵੇਗਾ, ਤੂੰ ਮੁਕਤ ਹੋ ਜਾਵੇਗਾ। ਪਰ ਜੇ ਇਸ ਮਨੁੱਖਾ ਦੇਹੀ ਨੂੰ ਪਾ ਕਰਕੇ ਮਨੁੱਖਾਂ ਵਾਲੇ ਕੰਮ ਨਾ ਕੀਤੇ ਤੇ ਸਤਿਗੁਰਾਂ ਬੜੇ ਸਿੱਧੇ ਬਚਨ ਵਰਤੇ ਪਾਵਨ ਗੁਰਬਾਣੀ ਦੇ ਅੰਦਰ। ਸਤਿਗੁਰੂ ਕਹਿੰਦੇ ਕਰਤੂਤ ਪਸ਼ੂ ਕੀ ਮਾਨਸ ਜਾਤ। ਜਨਮ ਜਿਹੜਾ ਸੀ ਉਹ ਮਨੁੱਖਾਂ ਵਾਲਾ ਹੀ ਮਿਲਿਆ ਸੀ, ਪਰ ਜੇ ਕਰਤੂਤਾਂ ਪਸ਼ੂਆਂ ਵਾਲੀਆਂ ਬਣ ਗਈਆਂ ਤੇ ਸਜਣਾ ਫਿਰ ਗੱਲ ਨਹੀਂ ਬਣਨੀ। ਇਸ ਕਰਕੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੁਖਮਣੀ ਸਾਹਿਬ ਦੀ ਪਾਵਨ ਗੁਰਬਾਣੀ ਦੇ ਅੰਦਰ ਵਚਨ ਵਰਤਦੇ ਨੇ। ਸਤਿਗੁਰੂ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਨੀ। ਰਮਈਆ ਦਾ ਭਾਵ ਹੈ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹਰ ਜਗ੍ਹਾ ਦੇ ਉੱਪਰ ਰਮਿਆ ਹੋਇਆ। ਉਹਦੇ ਗੁਣਾਂ ਨੂੰ ਕਦੇ ਤੂੰ ਚੇਤੇ ਕਰਿਆ ਕਰ, ਕਿਉਂਕਿ ਸਾਡਾ ਇੱਕ ਸੁਭਾਅ ਜਿਹਾ ਬਣ ਗਿਆ, ਅਸੀਂ ਬੜੀ ਛੇਤੀ ਉਲਾਮੇ ਦੇਣ ਲੱਗ ਪੈਂਦੇ ਉਸ ਪਰਮੇਸ਼ਰ ਨੂੰ। ਕਈ ਵਾਰੀ ਬੰਦਾ ਇੱਥੋਂ ਤੱਕ ਵੀ ਕਹਿ ਦਿੰਦਾ ਕਿ ਮੈਨੂੰ ਪਰਮੇਸ਼ਰ ਨੇ ਦਿੱਤਾ ਹੀ ਕੀ ਹੈ, ਮੇਰੇ ਕੋਲ ਹੈ ਹੀ ਕੀ ਹੈ। ਕਈ ਵਾਰੀ ਅਸੀਂ ਇੱਥੋਂ ਤੱਕ ਵੀ ਕਹਿ ਦਿੰਦੇ ਕਿ ਪਤਾ ਨਹੀਂ ਕਿਹੜੇ ਜਨਮਾਂ ਦਾ ਵੈਰ ਕੱਢਿਆ ਮੇਰੇ ਨਾਲ, ਇਹ ਦੁੱਖ ਮੇਰੇ ਉੱਪਰ ਹੀ ਪੈਣਾ ਸੀ ਆਣ ਕਰਕੇ।
ਨਹੀਂ ਅਸੀਂ ਇਸ ਗੱਲ ਨੂੰ ਨਾ ਭੁੱਲਿਆ ਕਰੀਏ, ਇਹ ਨਾ ਕਦੇ ਵੀ ਵਚਨ ਵਰਤਿਆ ਕਰੀਏ ਕਿ ਮੈਨੂੰ ਦਿੱਤਾ ਹੀ ਕੀ ਹੈ। ਸੱਜਣਾ, ਸਾਰਿਆਂ ਤੋਂ ਵੱਡੀ ਗੱਲ ਹੈ ਕਿ ਤੈਨੂੰ ਪਰਮੇਸ਼ਰ ਨੇ ਇੱਕ ਕੰਚਨ ਦੀ ਤਰ੍ਹਾਂ, ਸੋਨੇ ਦੀ ਤਰ੍ਹਾਂ ਸਰੀਰ ਦਿੱਤਾ ਹੋਇਆ। ਜਿਹੜੇ ਆ ਤੈਨੂੰ ਇੰਦਰੇ ਦਿੱਤੇ ਹੋਏ ਨੇ ਨਾ, ਇਹ ਬਹੁ ਮੁੱਲੇ ਨੇ, ਇਹਨਾਂ ਦੀ ਕੀਮਤ ਹੀ ਕੋਈ ਨਹੀਂ ਹੈ। ਜਿਹੜੇ ਪੈਰਾਂ ਦੇ ਨਾਲ ਤੂੰ ਤੁਰ ਸਕਦਾ ਹੈ, ਹੱਥਾਂ ਦੇ ਨਾਲ ਤੂੰ ਕਾਰਜ ਕਰ ਸਕਦਾ ਹੈ, ਕੰਨਾਂ ਦੇ ਨਾਲ ਤੂੰ ਸੁਣ ਸਕਦਾ ਹੈ, ਅੱਖਾਂ ਦੇ ਨਾਲ ਤੂੰ ਦੇਖ ਸਕਦਾ ਹੈ, ਇਹਨਾਂ ਦੀ ਕੀਮਤ ਕੋਈ ਨਹੀਂ ਹੈ। ਇਹ ਬਹੁ ਮੁੱਲੇ ਨੇ। ਪਰ ਬੰਦਾ ਕਿਤੇ ਨਾ ਕਿਤੇ ਭੁੱਲ ਕਰਕੇ ਇਹਨਾਂ ਦੀ ਕੀਮਤ ਨੂੰ ਜਾਣਦਾ ਨਹੀਂ। ਪਰ ਸੱਜਣਾ, ਜੇ ਇਹਨਾਂ ਦੀ ਕੀਮਤ ਨੂੰ ਜਾਣਨਾ ਹੈ ਨਾ, ਤੇ ਕਦੇ ਉਹਨਾਂ ਨੂੰ ਪੁੱਛਿਆ ਕਰ ਜਿਨ੍ਹਾਂ ਦੇ ਕੋਲ ਇਹ ਗਿਆਨ ਇੰਦਰੇ ਹੈਗੇ ਹੀ ਨਹੀਂ ਹੈ। ਜਿਹੜਾ ਬੰਦਾ ਆਪਣੇ ਹੱਥਾਂ ਦੇ ਨਾਲ ਪ੍ਰਸ਼ਾਦਾ ਨਹੀਂ ਨਾ ਛਕ ਸਕਦਾ, ਕਦੇ ਉਹਨੂੰ ਪੁੱਛਿਆ ਕਰਕੇ ਇਹਨਾਂ ਹੱਥਾਂ ਦੀ ਕੀਮਤ ਕੀ ਹੈ। ਜਿਹੜਾ ਬੰਦੇ ਦੇ ਕੋਲ ਪੈਰ ਨਹੀਂ ਨਾ, ਜਿਹੜਾ ਪੈਰਾਂ ਦੇ ਨਾਲ ਚੱਲ ਨਹੀਂ ਸਕਦਾ, ਕਦੇ ਉਹਨੂੰ ਪੁੱਛ ਕਰਕੇ ਵੇਖੀ ਕਿ ਇਹਨਾਂ ਪੈਰਾਂ ਦੀ ਕੀਮਤ ਹੀ ਕਿੰਨੀ ਕੁ ਹੈ। ਚਾਹੇ ਅੱਜ ਸਾਇੰਸ ਬਹੁਤ ਜ਼ਿਆਦਾ ਤਰੱਕੀ ਕਰ ਗਈ, ਪਰ ਨਹੀਂ, ਜੋ ਪਰਮੇਸ਼ਰ ਨੇ ਘੜ ਕਰਕੇ ਤੇ ਬਣਾ ਕਰਕੇ ਸਾਨੂੰ ਭੇਜਿਆ, ਬੰਦਾ ਦੁਬਾਰਾ ਉਸ ਤਰ੍ਹਾਂ ਦਾ ਨਹੀਂ ਬਣ ਸਕਦਾ। ਸੋ ਇਸ ਕਰਕੇ ਸਾਨੂੰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਕਦੇ ਸੋਚਿਆ ਕਰ ਤੂੰ ਕੀ ਸੀ ਤੇ ਤੈਨੂੰ ਪਰਮੇਸ਼ਰ ਨੇ ਕੀ ਬਣਾ ਦਿੱਤਾ ਹੈ। ਦੇਖ, ਤੈਨੂੰ ਮਾਂ ਦੀ ਗਰਭ ਦੇ ਅੰਦਰ ਉਹਨੇ ਬਚਾ ਕਰਕੇ ਰੱਖਿਆ ਜਿੱਥੇ ਤੂੰ ਪੁੱਠਾ ਲੜਕਦਾ ਸੀ। ਕਹਿਣ ਤੋਂ ਭਾਵ ਸਿੱਧੇ ਜੇ ਅਰਥ ਕਰ ਲਈਏ, ਕੁੰਭੀ ਨਰਕ ਦੇ ਅੰਦਰ ਸੀ ਤੂੰ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਉਤੇ ਪਰਮੇਸ਼ਰ ਨੇ ਤੇਰੀ ਰੱਖਿਆ ਕੀਤੀ ਹੈ। ਤੈਨੂੰ ਕਿੱਥੋਂ ਲਿਆ ਕਰਕੇ ਇਸ ਸੰਸਾਰ ਦੇ ਵਿੱਚ ਜਨਮ ਦੇ ਦਿੱਤਾ। ਕਹਿ ਲੱਗੇ ਫਿਰ ਜਿਨ ਤੂੰ ਸਾਜ ਸਵਾਰ ਸੀ ਗਾਰਿਆ, ਜਿਨੇ ਸਾਰਿਆਂ ਤੋਂ ਪਹਿਲਾਂ ਤੈਨੂੰ ਸਾਜਿਆ ਮਾਂ ਦੀ ਗਰਭ ਦੇ ਅੰਦਰ, ਫਿਰ ਤੈਨੂੰ ਸਵਾਰਿਆ। ਸਵਾਰਨ ਤੋਂ ਭਾਵ ਕਿ ਤੇਰੇ ਅੰਗ ਪੈਰ ਬਣਾਏ ਸਾਰੇ, ਫਿਰ ਤੈਨੂੰ ਸਵਾਰ ਕਰਕੇ ਤੇ ਸੀਗਾਰਿਆ ਦਾ ਭਾਵ ਕਿ ਇਸ ਸੰਸਾਰ ਦੇ ਵਿੱਚ ਭੇਜ ਦਿੱਤਾ। ਗਰਭ ਅਗਨ ਮੈਂ ਜਿਨੇ ਉਬਾਰਿਆ। ਤੇ ਦੇਖੀਏ ਕਦੇ ਆਪਾਂ ਕਿ ਪਰਮੇਸ਼ਰ ਕੈਸੀ ਕਿਰਪਾ ਕਰਦਾ ਹੈ। ਕਹਿਣ ਲੱਗੇ ਬਾਰ ਵਿਵਸਥਾ ਤੁਝੈ ਪਿਆਰੇ ਦੂਧ। ਗੁਰਬਾਣੀ ਦੇ ਅੰਦਰ ਆਪਾਂ ਇੱਕ ਸ਼ਬਦ ਪੜ੍ਹਦੇ ਸਤਿਗੁਰਾਂ ਦਾ। ਸਤਿਗੁਰੂ ਕਹਿੰਦੇ ਹਨ, ਭਾਈ ਬੰਦਾ ਬਾਅਦ ਦੇ ਵਿੱਚ ਆਉਂਦਾ ਹੈ, ਉਹਦੇ ਛਕਣ ਦਾ ਪ੍ਰਬੰਧ ਪਰਮੇਸ਼ਰ ਪਹਿਲਾਂ ਕਰ ਦਿੰਦਾ। ਅਸੀਂ ਚਾਹੇ ਭੱਜੇ ਫਿਰਦੇ ਸੰਸਾਰ ਦੇ ਅੰਦਰ, ਬੰਦਾ ਕਈ ਵਾਰੀ ਹੰਕਾਰ ਵਿੱਚ ਆਣ ਕਰਕੇ ਤੇ ਘਰਦਿਆਂ ਦੇ ਨਾਲ ਹੀ ਲੜੀ ਜਾਂਦਾ ਹੈ। ਜੇ ਮੈਂ ਨਾ ਹੁੰਦਾ ਤੇ ਤੁਹਾਨੂੰ ਕੌਣ ਖਾਣ ਦੇ ਵਾਸਤੇ ਦਿੰਦਾ, ਕੌਣ ਕਮਾ ਕਰਕੇ ਲਿਆਉਂਦਾ। ਨਹੀਂ, ਯਾਦ ਰੱਖੀਏ ਜਿਨੇ ਜਨਮ ਦਿੱਤਾ ਉਹਨੇ ਛਕਣ ਦਾ ਪ੍ਰਬੰਧ ਸਾਡਾ ਪਹਿਲਾਂ ਕੀਤਾ। ਇਹ ਗੁਰਬਾਣੀ ਦਾ ਫੈਸਲਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਪਹਿਲੋਂ ਦੇਤਾ ਰਿਜ਼ਕ ਸੰਭਾਹਾ, ਪਿੱਛੋਂ ਦੇਤਾ ਜੰਤ ਉਪਾਹਾ। ਪਹਿਲਾਂ ਭੋਜਨ ਛਕਣ ਵਾਸਤੇ ਤੇਰਾ ਪ੍ਰਬੰਧ, ਜਨਮ ਤੇਰਾ ਫਿਰ ਹੋਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸੱਜਣਾ ਉਸ ਪਰਮੇਸ਼ਰ ਨੂੰ ਪਤਾ ਸੀ ਜਦੋਂ ਤੂੰ ਸੰਸਾਰ ਦੇ ਵਿੱਚ ਆਉਣਾ ਸੀ ਨਾ, ਤੇ ਹਾਲੇ ਤੂੰ ਭੋਜਨ ਨਹੀਂ ਸੀ ਛਕ ਸਕਦਾ ਕਿਉਂਕਿ ਦੰਦ ਨਹੀਂ ਸਨ ਤੇਰੇ ਕੋਲ। ਫਿਰ ਤੇਰੇ ਛਕਣ ਦੇ ਵਾਸਤੇ ਪਰਮੇਸ਼ਰ ਨੇ ਦੁੱਧ ਦਾ ਪ੍ਰਬੰਧ ਕੀਤਾ। ਤੇ ਆਪ ਜੀ ਸਿਆਣੇ ਸੱਜਣ ਬੈਠੇ ਸਾਰੇ ਜਾਣਦੇ ਹਾਂ ਆਪਾਂ, ਅਜੇ ਬੱਚੇ ਦਾ ਜਨਮ ਨਹੀਂ ਹੋਇਆ ਹੁੰਦਾ ਮਾਂ ਦੀ ਗਰਭ ਦੇ ਵਿੱਚੋਂ, ਕਿ ਮਾਂ ਦੇ ਆਸਤਨਾਂ ਦੇ ਵਿੱਚ ਦੁੱਧ ਜਿਹੜਾ ਉਹ ਪਹਿਲਾਂ ਉਤਰ ਆਉਂਦਾ। ਕਹਿਣ ਤੋਂ ਭਾਵ ਕਿ ਜਨਮ ਬਾਅਦ ਦੇ ਵਿੱਚ ਤੇ ਛਕਣ ਦਾ ਪ੍ਰਬੰਧ ਜਿਹੜਾ ਉਹ ਤੇਰਾ ਪਹਿਲਾਂ ਹੋ ਗਿਆ। ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਬਨ ਭੋਜਨ ਸੁਖ ਸੂਦ। ਕਹਿਣ ਲੱਗੇ ਹੌਲੀ ਹੌਲੀ ਤੂੰ ਜਵਾਨ ਹੁੰਦਾ ਗਿਆ, ਤੈਨੂੰ ਭੁੱਖ ਵੱਧਦੀ ਗਈ, ਤੇਰੇ ਹੌਲੀ ਹੌਲੀ ਦੰਦ ਆਉਣੇ ਸ਼ੁਰੂ ਹੋ ਗਏ, ਤੈਨੂੰ ਸੋਝੀ ਪ੍ਰਾਪਤ ਹੋ ਗਈ ਹੌਲੀ ਹੌਲੀ ਕਿ ਮੈਂ ਕੀ ਛਕਣਾ।
ਜਿੰਨਾ ਵੀ ਤੇਰੇ ਪੇਟ ਨੂੰ ਖੁਰਾਕ ਚਾਹੀਦੀ ਸੀ ਨਾ, ਜੋ ਜੋ ਤੂੰ ਜਵਾਨ ਹੁੰਦਾ ਗਿਆ, ਉਸੇ ਤਰ੍ਹਾਂ ਦਾ ਹੀ ਪਰਮੇਸ਼ਰ ਨੇ ਤੇਰੇ ਉੱਪਰ ਕਿਰਪਾ ਕਰ ਦਿੱਤੀ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਬਿਰਧ ਭਇਆ ਉੱਪਰ ਸਾਖ ਸੈਨ, ਮੁਖ ਪਿਆਓ ਬੈਠ ਕੋ ਦੈਨ। ਤੁਰਿਆ ਗਿਆ ਤੇਰਾ ਜੀਵਨ ਹੌਲੀ ਹੌਲੀ, ਤੇ ਜੀਵਨ ਦੇ ਵਿੱਚ ਚੱਲਦਿਆਂ ਚੱਲਦਿਆਂ ਪਰਮੇਸ਼ਰ ਨੇ ਕਿਰਪਾ ਕੀਤੀ, ਹੌਲੀ ਹੌਲੀ ਤੇਰਾ ਪਰਿਵਾਰ ਵੱਧਦਾ ਗਿਆ, ਤੈਨੂੰ ਧੀਆ ਪੁੱਤਰ ਬਖਸ਼ਿਸ਼ ਕਰ ਦਿੱਤੇ। ਅੱਜ ਤੂੰ ਬਿਰਧ ਹੋ ਗਿਆ, ਜਦੋਂ ਮੰਜੇ ਦੇ ਉੱਪਰ ਬੈਠ ਗਿਆ, ਬਿਰਧ ਭਇਆ ਉੱਪਰ ਸਾਖ ਸੈਨ। ਹੁਣ ਤੂੰ ਮੰਜੇ ਤੋਂ ਉੱਠ ਨਹੀਂ ਸਕਦਾ, ਚੱਲ ਫਿਰ ਨਹੀਂ ਸਕਦਾ। ਪਰਮੇਸ਼ਰ ਨੇ ਕਿਰਪਾ ਕਰ ਦਿੱਤੀ ਕਿ ਤੇਰੇ ਵਾਸਤੇ ਤੇਰੇ ਧੀਆ ਪੁੱਤਰ ਭੇਜ ਦਿੱਤੇ, ਤਾਂ ਕਿ ਉਹ ਤੇਰੀ ਬੈਠੇ ਦੀ ਸੇਵਾ ਕਰ ਸਕਣ। ਪਹਿਲਾਂ ਤੂੰ ਉਹਨਾਂ ਨੂੰ ਛਕਾਉਂਦਾ ਸੀ, ਜਿੱਦਣ ਤੇਰੀ ਇਹ ਅਵਸਥਾ ਆ ਗਈ ਕਿ ਤੂੰ ਮੰਜੇ ਤੇ ਬੈਠ ਗਿਆ, ਉਦਣ ਉਹਨਾਂ ਦੀ ਡਿਊਟੀ ਲਾ ਦਿੱਤੀ ਪਰਮੇਸ਼ਰ ਨੇ ਕਿ ਹੁਣ ਤੁਸੀਂ ਇਹਨੂੰ ਛਕਾਓ। ਚਲੋ ਅੱਜ ਭਾਵੇਂ ਸਮਾਂ ਕੁਝ ਇਹੋ ਜਿਹਾ ਆ ਗਿਆ ਕਿ ਇਹੋ ਜਿਹੀਆਂ ਬੜੀਆਂ ਰੁਕਾਵਟਾਂ ਆ ਰਹੀਆਂ ਨੇ, ਅੱਜ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਅਸੀਂ ਉਹਨਾਂ ਨੂੰ ਭੁੱਲ ਕਰਕੇ ਬੈਠ ਜਾਂਦੇ ਹਾਂ। ਅੱਜ ਇਹੋ ਜਿਹਾ ਦੇਖ ਰਹੇ ਅਸੀਂ ਸੰਸਾਰ ਦੇ ਅੰਦਰ, ਹਰ ਇੱਕ ਸ਼ਹਿਰ ਦੇ ਅੰਦਰ ਬਿਰਧ ਆਸ਼ਰਮ ਖੁੱਲ ਗਏ, ਤੇ ਉਹਨਾਂ ਦੇ ਵਿੱਚ ਕੌਣ ਜਾਂਦਾ ਹੈ? ਸਾਡੇ ਹੀ ਘਰਾਂ ਦੇ ਬਜ਼ੁਰਗ, ਸਾਡੇ ਮਾਤਾ ਪਿਤਾ। ਆ ਟੀਵੀ ਨੈਟ ਦੇ ਉੱਪਰ ਆਪਾਂ ਖਬਰਾਂ ਦੇਖਦੇ ਰਹਿੰਦੇ ਆ, ਸਾਰਾ ਪਰਿਵਾਰ ਸਰਕਾਰੀ ਨੌਕਰੀ ਤੇ ਹੁੰਦਾ ਹੈ, ਤੇ ਮਾਂ ਉਹਨੂੰ ਇੱਕ ਝੁੱਗੀ ਬਣਾ ਕਰਕੇ ਕੋਠੀ ਦੇ ਲਾਗੇ ਦੇ ਦਿੱਤੀ ਜਾਂਦੀ ਹੈ। ਜਿਨਨੇ ਸਾਰੇ ਪਰਿਵਾਰ ਨੂੰ ਕਦੇ ਆਪਣੇ ਪੁੱਤ ਨੂੰ ਬੜੀਆਂ ਰੀਝਾਂ ਦੇ ਨਾਲ ਪਾਲਿਆ ਹੁੰਦਾ, ਇਹ ਵੀ ਇੱਕ ਅਸੀਂ ਬਹੁਤ ਵੱਡਾ ਗੁਨਾਹ ਕਰ ਰਹੇ ਹਾਂ, ਇੱਕ ਆਪਣੇ ਇਸ ਜਨਮ ਦੇ ਅੰਦਰ ਆਣ ਕਰਕੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਹਨ, ਭਾਈ ਤੇਰੀ ਬਾਲਕ ਅਵਸਥਾ ਮਾਂ ਦੇ ਗਰਭ ਤੋਂ ਲੈ ਕਰਕੇ ਤੇਰੀ ਬਿਰਧ ਅਵਸਥਾ ਤੇ ਤੱਕ ਪਰਮੇਸ਼ਰ ਨੇ ਕਿੰਨੀ ਕਿਰਪਾ ਕੀਤੀ ਹੈ। ਪਰ ਸਤਿਗੁਰੂ ਕਹਿੰਦੇ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ। ਅਸੀਂ ਪਰਮੇਸ਼ਰ ਦਾ ਇੱਕ ਗੁਣ ਵੀ ਨਹੀਂ ਜਾਣੇ, ਕਦੇ ਵੀ ਜਾ ਕਰਕੇ ਹੱਥ ਜੋੜ ਕਰਕੇ ਉਹਦਾ ਧੰਨਵਾਦ ਸ਼ੁਕਰਾਨਾ ਹੀ ਨਹੀਂ ਕੀਤਾ। ਜਦੋਂ ਵੀ ਜਾਂਦਾ ਬੰਦਾ ਕੋਈ ਨਾ ਕੋਈ ਸ਼ਿਕਵਾ ਹੀ ਲੈ ਕਰਕੇ ਜਾਂਦਾ ਆਪਣੇ ਮਨ ਦੇ ਅੰਦਰ। ਅਸੀਂ ਕੁਝ ਨਾ ਕੁਝ ਸੋਚ ਕਰਕੇ ਜਾਂਦੇ ਮਨ ਦੇ ਅੰਦਰ ਉਸ ਪਰਮੇਸ਼ਰ ਦੇ ਗਾੜੀ। ਪਰ ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ, ਭਾਈ ਹੱਥ ਜੋੜ ਕਰਕੇ ਬੇਨਤੀ ਕਰਿਆ ਕਰੀਏ ਕਿ ਇਹ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੇਹੋ ਤਉ ਨਾਨਕ ਸੀਜੈ। ਸਤਿਗੁਰੂ ਤੂੰ ਬਖਸ਼ ਲੈ, ਕਿਉਂਕਿ ਅਸੀਂ ਕਲਯੁਗੀ ਜੀਵ ਆ, ਅਸੀਂ ਭੁੱਲੇ ਬੈਠੇ ਹਾਂ ਤੇਰੇ ਕੀਤੇ ਹੋਏ ਪਰ ਉਪਕਾਰਾਂ ਨੂੰ। ਤੂੰ ਕਿਰਪਾ ਕਰ, ਤੂੰ ਰਹਿਮਤ ਕਰ, ਤੇਰੀ ਬਖਸ਼ਿਸ਼ ਹੋ ਜਾਵੇ ਤੇ ਮੇਰੀ ਵਰਗਾ ਔਗਣਹਾਰ ਬੰਦਾ ਵੀ ਜਿਹੜਾ ਹੈ ਨਾ, ਉਹ ਬਖਸ਼ਿਆ ਜਾ ਸਕਦਾ। ਸੋ ਸਤਿਗੁਰੂ ਪਾਤਸ਼ਾਹ ਜੀ ਪਾਵਨ ਗੁਰਬਾਣੀ ਦੇ ਅੰਦਰ ਵਾਰ-ਵਾਰ ਇਹ ਬਚਨ ਵਰਤਦੇ ਨੇ। ਸਤਿਗੁਰੂ ਕਹਿੰਦੇ 10 ਵਸਤੂ ਲਈ ਪਾਛੇ ਪਾਵੈ। ਸਤਿਗੁਰੂ ਕਿਰਪਾ ਕਰਕੇ ਸਾਨੂੰ ਕਿੰਨੀਆਂ ਦਾਤਾਂ ਦੇ ਦੇਣ, ਪਰ ਏਕ ਵਸਤ ਕਾਰਨ ਬੇਖੋਟ ਗਵਾਵੈ। ਅਸੀਂ ਕੇਵਲ ਇੱਕ ਕਰਮ ਨਹੀਂ ਕਰਦੇ ਜਿਹਦੇ ਕਰਕੇ ਅਸੀਂ ਸਾਰਾ ਕੁਝ ਹੀ ਗਵਾ ਬੈਠਦੇ ਆ। ਉਹ ਕਰਮ ਕਿਹੜਾ ਹੈ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸ਼ੁਕਰਾਨਾ ਪ੍ਰਮਾਤਮਾ ਦਾ, ਗੁਰੂ ਦੇ ਚਲਾਏ ਹੋਏ ਮਾਰਗ ਦੇ ਉੱਪਰ ਚੱਲਣਾ। ਜਿਸ ਤਰ੍ਹਾਂ ਆਪ ਸਾਰੇ ਸੱਜਣ ਹਰ ਸਾਲ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦੇ ਹੋ, ਕਿਉਂਕਿ ਇਹ ਬਚਨ ਸਾਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੋਂ ਪ੍ਰਾਪਤ ਹੋਏ ਨੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੇ ਆਉਣ ਤੋਂ ਪਹਿਲਾਂ ਗ੍ਰੰਥ ਪੜ੍ਹਦੇ ਦੇਖ ਲਈਏ ਆਪਾਂ, ਪਹਿਲਾ ਜੀਵਨ ਦੇਖੀਏ, ਬੜੇ ਬੜੇ ਜੋਗੀ ਸਨ, ਤਤਵੇ ਤੇ ਆਪਣੇ ਆਪ ਨੂੰ ਕਹਾਉਣ ਵਾਲੇ, ਜਿਹੜੇ ਕਹਿੰਦੇ ਸਨ ਕਿ ਜਿਹੜਾ ਬੰਦਾ ਗ੍ਰਸਤ ਦੇ ਵਿੱਚ ਪੈ ਗਿਆ ਹੈ ਨਾ, ਉਹ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦਾ। ਜੋਗੀ ਲੋਕ ਜਿਹੜੇ ਸਨ ਉਹ ਘਰ-ਬਾਰ ਛੱਡ ਕਰਕੇ ਜੰਗਲਾਂ ਨੂੰ ਚਲੇ ਜਾਂਦੇ ਸਨ। ਸੁਮੇਧ ਪਰਬਤ ਤੇ ਜਾ ਕਰਕੇ ਜੋਗੀ ਲੋਕ ਬੈਠ ਗਏ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਆਪ ਪਰਮੇਸ਼ਰ ਬ੍ਰਹਮ ਸਰੂਪ ਧਾਰਨ ਕਰਕੇ ਆਏ ਤੇ ਇੱਕ ਨਿਰਮਲ ਪੰਥ ਚਲਾਇਆ ਸਤਿਗੁਰੂ ਪਾਤਸ਼ਾਹ ਜੀ ਨੇ। ਸਤਿਗੁਰੂ ਕਹਿੰਦੇ ਕੌਣ ਹੈ ਜਿਹੜਾ ਕਹਿੰਦਾ ਕਿ ਗ੍ਰਸਤ ਵਿੱਚ ਰਹਿ ਕਰਕੇ ਬੰਦਾ
परमेश्वर का नाम नहीं जप सकता। सतगुरु कहते सारियां तो वड्डा ही कहन लगे धर्म यह है जिहड़ा बंदा गृहस्थ दे विच रह करके परमेश्वर का नाम जपदा। सतगुरु कहते मुक्त हो सकता है बंदा गृहस्थ जीवन दे विच रह करके, पर उहदे वास्ते सतगुरां ने सानू मार्ग दर्शाया। ते मार्ग किहड़ा सी? 3 वचन जिहड़े आपां सतगुरां दे पढ़दे हां। सतगुरु कहते 10 नौहां दी किरत करनी, नाम जपना ते वंड छकना। ये 3 वचन अपने जीवन दे अंदर बंदा धारण कर लेना ते समझ लो कि बंदा तुरदा फिरदा ही ब्रह्म ज्ञानी बन जाता है। 3 वचन, पर ये धारण करने बड़े औखे अपने जीवन दे अंदर। असी अज कहने जी नाम जपदे मन नहीं टिकदा, गुरबाणी पढ़दे मन नहीं टिकदा। धन गुरु नानक देव पातशाह जी ने नाम जपना दूसरे नंबर ते रखे। ये नहीं सानू आख्या कि नाम जप किरत कर ते वंड छक, नहीं सतगुरु कहते पहला 10 नौहां दी किरत कर ते फिर नाम जप। क्यों? क्योंकि जे तेरी किरत सुची हो गई ना ते याद रखी फिर जदों नाम जपेगा मन तेरा टिकेगा। जिन्ना चिर तेरी किरत सुची नहीं है तू लख जतन कर ले, ये मन टिक ही नहीं सकता। क्योंकि ये मन ने इन्ना ज्यादा लोगों के नाल दगा कमाया हुंदा है। जदों बंदा 10 नौहां दी किरत छड्ड करके ते ऊपर नूं टपदा है। क्योंकि असी आम तौर ते ये गल कह दिंदे आ जिन्नी क तनख्वाह मिलती है ना उन्नी क जमा कर लईदी है, जिहड़े उत्तों बण जांदे ने उहदे नाल गुजारा चली जांदा। पर जिहड़े उत्तों बनदे ने सजना यही सारा जीवन खराब करके रखदे ने। ये है बहुत मिठी चीज है तो जहर सतगुरु कहते बंदे वास्ते, पर है ये शहद तो भी मिठा जदों इनू चखदा है बंदा। क्योंकि आपां किसी नू ठगी मारते जां सानू कुछ ना कुछ मिल जाता है ना ते बंदा बड़ा खुश हुंदा है अंदर तो। जे किसी नू बंदा ठग लवे ना एक दिन दे अंदर कुछ थोड़े बहुते पैसिਆਂ दी हेरा फेरी कर लवे, बंदा बड़ा खुश हुंदा, कहंदा मैं फलाणे नू मूर्ख बना दिता, उन्होंने पता ही नहीं चलिया, मैं एडा वड्डा घपला कर गया ते पता ही नहीं लगा। क्यों भुल गए आपां ये बचन के घट घट के अंतर की जानत, भले बुरे की पीर पछानता। तो इस संसार दीयां कचहरियां दे विचों बच सकता है। सज्जना जिथे जाकर के दरगाह दे विच लेखा जोखा होना उथे नहीं बचिया जाना। क्योंकि उथे जाकर के ये तू माया दे करके नहीं बच सकता। क्योंकि संसार च ते बंदा कह दिंदा माया ना सारा कुछ ही खरीदिया जा सकता। इस करके धन गुरु नानक देव पातशाह जी ने ये वचन वरते। सतगुरु कहते किरत सुची होनी चाहिए है ते सतगुरां ने हथी किरत की अपनी 13-13 तोलना हट दे उपर बैठ करके अपने हथी हल वाहना जा करके खेतों दे विच। सतगुरु कहते सजना किरत सुची कर ले फिर नाम जप, देखी किन्ना आनंद आउंदा है। ताही तां सतगुरु भाई लालो दे घर दे विच बैठदे ने, मलक भागो बड़े सुनेहे भेजदा आओ मेरे घर दे अंदर 36 प्रकार दे भोजन ने, तुसीं की लैणा इस गरीब दे घर दे विचों। पर सतगुरु पातशाह जी आखदे हन कहंदे जो आनंद भाई लालो दी रोटी दे विचों है ना वो मलक भागो दी रोटी दे विचों नहीं। क्योंकि इधर खून पसीने दी कमाई है ते सजना तू ते माड़ियां दा लहू निचोड़िया होया। अज आपां तस्वीर देखते हैं ना एक बनाई हुई चिड़ी है जिहदे अंदर सतगुरां ने 2 प्रशादे फड़े ने, एक दे विचों दुध दीयां धारां एक दे विचों खून दीयां धारां। बंदा किसी दा खून निचोड़ करके आखे कि मैं धर्मी बन जावां, नहीं सजना तू धर्मी नहीं बन सकता, तेरा मन नहीं टिकना। क्यों? क्योंकि उस चक्कर ने तेनू टिकण ही नहीं देना। इस करके सतगुरु पातशाह जी कहते किरत सुची कर ले फिर नाम जपया कर। ते तीसरा वचन सतगुरु कहते वंड के छकिया कर। जे तेरे कोल 4 दमड़े हैं उस परमेश्वर की कृपा दे नाल, जे कोई लागे गरीब है तो ओदी भी बांह फड़िया कर। क्योंकि गरीब बंदे की असीस लग जावे ना तार करके रख देंदी है। एवें बद सीसा ना लिया कर लोकां दीयां, वध तो वध असीस लिया कर जिन्नी भी हो सके। ते जदों तेनू माड़ियां दी असीसां मिलणगीआं ना
ਤੇ ਤੇਰੀ ਕਿਰਤ ਸੁੱਚੀ ਹੋਵੇਗੀ। ਸਤਿਗੁਰੂ ਕਹਿੰਦੇ ਫਿਰ ਤੂੰ ਗ੍ਰਸਤ ਜੀਵਨ ਦੇ ਵਿੱਚ ਰਹਿ ਕਰਕੇ ਹੀ ਮੁਕਤ ਹੋ ਜਾਵੇਂਗਾ। ਤੇਰੇ ਉੱਪਰ ਪਰਮੇਸ਼ਰ ਦੀ ਅਥਾਹ ਕਿਰਪਾ ਹੋਵੇਗੀ। ਪਰ ਇਹ ਬਚਨ ਕਦੋਂ ਹਿਰਦੇ ਵਿੱਚ ਵਸਦੇ ਨੇ, ਕਦੋਂ ਕਿਰਪਾ ਹੁੰਦੀ ਹੈ? ਜਦੋਂ ਬੰਦਾ ਇਸ ਪਾਸੇ ਵੱਲ ਥੋੜਾ ਜਿਹਾ ਧਿਆਨ ਦਿੰਦਾ। ਕਿਉਂਕਿ ਆਮ ਤੌਰ ਤੇ ਅਸੀਂ ਇਸ ਗੱਲ ਤੋਂ ਅਵੇਸਲੇ ਜਿਹੇ ਹੋ ਜਾਂਦੇ ਆ, ਨਹੀਂ ਜੀ ਇਹ ਬਚਨ ਮੰਨੇ ਹੀ ਨਹੀਂ ਜਾਂਦੇ, ਗੁਰਬਾਣੀ ਪੜ੍ਹਦੇ ਮਨ ਹੀ ਨਹੀਂ ਲੱਗਦਾ, ਬੈਠਣ ਨੂੰ ਦਿਲ ਹੀ ਨਹੀਂ ਕਰਦਾ। ਸਤਿਗੁਰੂ ਕਹਿੰਦੇ ਥੋੜਾ ਜਿਹਾ ਯਤਨ ਕਰੇਗਾ ਤੇ ਆਪੇ ਕਿਰਪਾ ਵਰਤਣ ਲੱਗ ਪੈਣੀ। ਕਿਉਂਕਿ ਮੰਜ਼ਿਲ ਤੇ ਤਾਂ ਹੀ ਪਹੁੰਚਾਂਗੇ ਨਾ ਜੇ ਆਪਾਂ ਤੁਰਾਂਗੇ। ਜੇ ਬੰਦਾ ਘਰ ਬੈਠਾ ਹੀ ਕਰੀ ਜਾਵੇ ਕਿ ਮੈਂ ਫਲਾਣੇ ਥਾਂ ਪਹੁੰਚ ਜਾਵਾਂ ਤੇ ਨਹੀਂ ਪਹੁੰਚਿਆ ਜਾਣਾ। ਸਰੀਰ ਦੇ ਉੱਪਰ ਕੋਈ ਰੋਗ ਲੱਗਾ ਹੋਇਆ ਹੈ, ਡਾਕਟਰ ਦੇ ਕੋਲ ਜਾਣੇ, ਜਾ ਕਰਕੇ ਆਪਾਂ ਉੱਥੋਂ ਮੈਡੀਸਨ ਲੈ ਕਰਕੇ ਆਉਂਦੇ ਆ। ਬੰਦਾ ਘਰ ਦੇ ਵਿੱਚ ਰੱਖ ਕਰਕੇ ਕਵੇ ਕਿ ਮੈਂ ਪਰਹੇਜ਼ ਵੀ ਨਹੀਂ ਕਰਨਾ, ਮੈਨੂੰ ਰਮਾਨ ਵੀ ਆ ਜਾਵੇ, ਦਵਾਈ ਫਿਰ ਕਹਾਂਗਾ, ਗੱਲ ਨਹੀਂ ਬਣਨੀ। ਦਵਾਈ ਵੀ ਖਾਣੀ ਪੈਣੀ, ਪਰਹੇਜ਼ ਵੀ ਰੱਖਣਾ ਪੈਣਾ ਹੈ। ਜਦੋਂ ਦੋ ਗੱਲਾਂ ਤੋਂ ਧਾਰਨ ਕਰ ਗਈਆਂ ਤੇ ਹੌਲੀ ਹੌਲੀ ਤਨ ਦਾ ਰੋਗ ਜਿਹੜਾ ਹੈ ਉਹ ਠੀਕ ਹੋਣਾ ਸ਼ੁਰੂ ਹੋ ਜਾਵੇਗਾ। ਪਰ ਇਧਰੋਂ ਅਸੀਂ ਅਵੇਸਲੇ ਹੁੰਦੇ ਆ। ਸਤਿਗੁਰੂ ਕਹਿੰਦੇ ਭਾਈ ਸਾਰਾ ਕੁਝ ਤੈਨੂੰ ਪਤਾ ਹੈ, ਤੂੰ ਅਣਜਾਣ ਤਾਂ ਹੈ ਹੀ ਨਹੀਂ ਹੈ। ਕਿਉਂਕਿ ਸਾਰਾ ਕੁਝ ਜਦੋਂ ਬੰਦਾ ਕੋਈ ਮਾੜਾ ਕੰਮ ਵੀ ਕਰਦਾ ਹੈ ਨਾ, ਇੱਕ ਵਾਰੀ ਉਹਦਾ ਅੰਦਰ ਦੇ ਮਨ ਤੋਂ ਆਵਾਜ਼ ਜ਼ਰੂਰ ਆਉਂਦੀ ਹੈ ਕਿ ਮੈਂ ਇਹ ਗਲਤ ਕੰਮ ਕਰਨ ਲੱਗਾ ਹਾਂ, ਪਰ ਫਿਰ ਮਨ ਆਵਾਜ਼ ਹੀ ਦੇ ਦਿੰਦਾ, ਮੈਂ ਕਿਹੜਾ ਇਕੱਲਾ ਕਰਦਾ, ਸਾਰੀ ਦੁਨੀਆ ਹੀ ਕਰੀ ਜਾਂਦੀ। ਇਹੋ ਜਿਹੀ ਵਿਚਾਰ ਵਿੱਚ ਪੈ ਕਰਕੇ ਫਿਰ ਬੰਦਾ ਅਵੇਸਲਾ ਹੋ ਜਾਂਦਾ। ਨਹੀਂ, ਆਪਾਂ ਕਿਸੇ ਤੋਂ ਕੀ ਲੈਣਾ ਹੈ? ਆਪਾਂ ਨੂੰ ਆਪਣਾ ਜਨਮ ਮਿਲਿਆ ਤੇ ਜੀਵਨ ਮਿਲਿਆ ਹੈ। ਬਹੁਤ ਵੱਡੀ ਕਿਰਪਾ ਹੋਵੇਗੀ ਕਿ ਜੇ ਆਪਾਂ ਇਸ ਜਨਮ ਨੂੰ ਸਵਾਰ ਕਰਕੇ ਜਾਈਏ ਇਸ ਦੁਨੀਆ ਦੇ ਵਿੱਚ। ਸੋ ਆਪ ਸਰਬੱਤ ਸੰਗਤਾਂ ਦੇ ਸੱਜਣਾ ਦੇ ਵੱਡੇ ਭਾਗ ਨੇ ਜੋ ਆਪ ਜੀ ਹਰ ਸਾਲ ਆਪਣੀ ਇਸ ਕਿਰਤ ਕਮਾਈ ਨੂੰ ਸੁੱਚਿਆ ਕਰਦੇ ਹੋ। ਤੇ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਸਰਬੱਤ ਸੱਜਣਾ ਦੇ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਰੱਖਣ ਕਿ ਤੁਸੀਂ ਇਸੇ ਤਰ੍ਹਾਂ ਹੀ ਆਪਸ ਦੇ ਵਿੱਚ ਮਿਲ ਕਰਕੇ ਪਰਸ ਪਿਆਰ ਤੇ ਤੁਪਾਕ ਦੇ ਨਾਲ ਇਹ ਸਵਾਲਾਂ ਆਪ ਜੀ ਦੇ ਕੋਲੋਂ ਸਤਿਗੁਰੂ ਪਾਤਸ਼ਾਹ ਜੀ ਹਰ ਸਾਲ ਰਹਿੰਦੇ ਰਹਿਣ ਤੇ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਤੇ ਸਾਰਿਆਂ ਤੋਂ ਵੱਡੀ ਗੱਲ ਕਿ ਉਹ ਤਿੰਨ ਬਚਨ ਸਾਡੇ ਹਿਰਦੇ ਵਿੱਚ ਵਸ ਜਾਣ। ਅਸੀਂ ਦਸਾਂ ਨੌਹਾਂ ਦੀ ਕਿਰਤ ਕਰਨੀ ਸ਼ੁਰੂ ਕਰ ਦਈਏ, ਨਾਮ ਜਪਿਆ ਕਰੀਏ, ਅੰਮ੍ਰਿਤ ਵੇਲੇ ਦੀ ਸਾਂਭ ਕਰਿਆ ਕਰੀਏ, ਪੰਜਾਂ ਬਾਣੀਆਂ ਦਾ ਨਿਤਨੇਮ, ਸ਼ਾਮ ਦੇ ਸਮੇਂ ਦੀ ਗੁਰਬਾਣੀ ਪੜ੍ਹਿਆ ਕਰੀਏ। ਬੜੀ ਸਾਡੇ ਉੱਪਰ ਵੱਡੀ ਕਿਰਪਾ ਕੀਤੀ ਹੈ ਕਲਗੀਧਰ ਪਾਤਸ਼ਾਹ ਜੀ ਨੇ, ਜਿਨ੍ਹਾਂ ਨੇ ਸਾਨੂੰ ਆਪਣੇ ਪੁੱਤਰ ਹੋਣ ਦਾ ਮਾਣ ਬਖਸ਼ਿਸ਼ ਕੀਤਾ ਹੈ। ਕਦੇ ਸਾਡੇ ਵੱਲ ਇਸ਼ਾਰਾ ਕਰਕੇ ਸਤਿਗੁਰਾਂ ਨੇ ਕਿਹਾ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਸਾਨੂੰ ਆਪਣੇ ਪੁੱਤ ਹੋਣ ਦਾ ਮਾਣ ਬਖਸ਼ਿਆ। ਆਪਣੇ ਪੁੱਤਰ ਜਿਹੜੇ ਸਨ ਉਹ ਸ਼ਹੀਦ ਕਰਵਾ ਕੇ ਸਾਡਾ ਫਰਜ਼ ਬਣਦਾ ਹੈ ਅਸੀਂ ਖੰਡੇ ਬਾਟੇ ਦੀ ਪੌਲ ਲੈ ਕਰਕੇ ਅੰਮ੍ਰਿਤ ਦੇ ਧਾਰਨੀ ਬਣੀਏ ਤੇ ਗੁਰੂ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ ਦੇ ਉੱਪਰ ਚੱਲੀਏ, ਤਾਂ ਕਿ ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਸਕੇ, ਮਿਲਿਆ ਹੋਇਆ ਜੀਵਨ ਸਾਡਾ ਸਫਲਾ ਹੋ ਸਕੇ। ਸੋ ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ ਭਾਈ ਸਾਹਿਬ ਹੁਣੀ ਪਹੁੰਚ ਚੁੱਕੇ ਹਨ, ਜਿਨ੍ਹਾਂ ਨੇ ਹੁਣ ਆਪਾ ਜੀ ਨੂੰ ਬੜੇ ਪ੍ਰੇਮ ਦੇ ਨਾਲ ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਬੜੇ ਪ੍ਰੇਮ ਨਾਲ ਬੈਠ ਕਰਕੇ ਆਪ ਜੀ ਨੇ ਇਸੇ ਤਰ੍ਹਾਂ ਹੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਨਾ ਹੈ। ਦਾਸ ਦੇ ਵੱਲੋਂ ਇੰਨੀਆਂ ਵਿਚਾਰਾਂ ਕਰਦਿਆਂ ਹੋਇਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਸਾਹਿਬ ਜੀ, ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਜੋ ਕੇ ਬਖਸ਼ ਲੈਣਾ ਜੀ। ਅਗਾਂਹ ਤੋਂ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਇਸੇ ਤਰ੍ਹਾਂ ਹੀ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਰੱਖ ਕਰਕੇ ਆਪ ਰੱਬ ਵਰਗੀਆਂ ਸੰਗਤਾਂ ਦੀ ਸਤਿਗੁਰੂ ਪਾਤਸ਼ਾਹ ਦੀ ਸੇਵਾ ਲੈਂਦੇ ਰਹਿਣਾ। ਕਰੋ ਜੀ ਅਸੀਸ ਬਖਸ਼ਿਸ਼। ਆਓ ਸਰਬੱਤ ਸੰਗਤਾਂ ਗੱਜ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।